ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦਾ ਵੱਡਾ ਝਟਕਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਖੁੰਝੇ ਲਾ ਦਿੱਤਾ ਗਿਆ ਭਾਜਪਾ ਦੇ ਵੱਲੋਂ, ਕਿਉਂਕਿ ਵੱਡਾ ਫੈਸਲਾ ਲੈ ਲਿਆ ਗਿਆ। ਕਿ ਉਸ ਵੱਡੇ ਫੈਸਲੇ ਦੇ ਨਾਲ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੁੰਝੇ ਲਾਉਣ ਦੇ ਨਾਲ ਕੀ ਲੱਗਦਾ ਕਿ ਭਾਜਪਾ ਨੇ ਸਿੱਧੂ ਅਤੇ ਜਾਖੜ ਦੇ ਲਈ ਦਰਵਾਜ਼ੇ ਖੋਲ ਦਿੱਤੇ ਨੇ? ਜੇ ਖੋਲ ਦਿੱਤੇ ਨੇ ਤਾਂ ਕੀ ਗੱਲ ਬਣੇਗੀ ਭਾਜਪਾ ਤੇ ਸਿੱਧੂ ਤੇ ਜਾਖੜ ਦੀ ਜਾਂ ਨਹੀਂ? ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਰਗੜੇ ਜਾਣਗੇ ਪੰਜਾਬ ਦੇ ਸਾਬਕਾ ਵਿਧਾਇਕ ਤੇ ਮੰਤਰੀ। ਜਲਦ ਹੀ ਜਿਹੜੀ ਆ ਕਾਰਵਾਈ ਕਰਨ ਜਾ ਰਹੀ ਹੈ ਆਪ ਦੀ ਸਰਕਾਰ। ਕਿਹੜੀ ਉਹ ਕਾਰਵਾਈ ਹੈ? ਮੈਨੂੰ ਵੀ ਖਾਸ ਤੌਰ ਤੇ ਜੇ ਮੈਂ ਕਹਾਂ ਹੋਰ ਵੀ ਲੋਕ ਜਿਹੜੇ ਪੰਜਾਬ ਦੇ ਇਨਸਾਫ ਪਸੰਦ ਜਾਂ ਸਾਰੇ ਲੋਕਾਂ ਨੂੰ ਇਹ ਕਾਰਵਾਈ ਬੜੀ ਪਸੰਦ ਆਊਗੀ। ਕਿਹੜੀ ਉਹ ਕਾਰਵਾਈ ਹੈ, ਇਸ ਤੇ ਅਸੀਂ ਜਿਹੜੀ ਆ ਉਹ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮੈਨੂੰ ਲੱਗਦਾ ਹੈ ਕਿ ਹੁਣ ਹਵਾ ਜਿਹੜੀ ਆ ਥੋੜੀ ਜੀ ਜਾਂ ਆਪਾਂ ਕਹਿੰਦੇ ਆ ਨਾ, ਦੇਖਦੇ ਕਹਿੰਦੇ ਆ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ। ਮੈਨੂੰ ਲੱਗਦਾ ਕਿ ਕੁਝ ਵਿਧਾਇਕ ਜਾਂ ਮੰਤਰੀ ਆਮ ਆਦਮੀ ਪਾਰਟੀ ਦੇ ਵੀ ਪਿਛਲੇ ਵਿਧਾਇਕਾਂ ਨੂੰ ਦੇਖ ਕੇ ਰੰਗ ਜਿਹੜਾ ਉਹ ਫੜਦੇ ਜਾ ਰਹੇ ਨੇ। ਹੁਣ ਇੱਕ ਐਮਐਲਏ ਦਾ ਜਿਹੜਾ ਪੰਗਾ ਪੈ ਗਿਆ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਐਸਐਚਓ ਦੇ ਨਾਲ, ਤਾਂ ਐਸਐਚਓ ਦਾ ਤਬਾਦਲਾ ਕਰ ਦਿੱਤਾ ਗਿਆ। ਪੂਰਾ ਮਾਮਲਾ ਕੀ ਸੀ, ਪੂਰੀ ਕਹਾਣੀ ਕੀ ਸੀ, ਉਸ ਤੇ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਇਸੇ ਖਬਰ ਤੋਂ ਕਰਦੇ ਹਾਂ, ਬੀਜੇਪੀ ਵਾਲੀ ਤੋਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਜਿਮਨੀ ਚੋਣ ਹੋਣੀ ਹੈ, ਕੁਝ ਹੋਰ ਛੋਟੀਆਂ ਚੋਣਾਂ ਵੀ ਹੋਣੀਆਂ ਨੇ, ਜਿਹਦੇ ਲਈ ਹੁਣ ਭਾਜਪਾ ਦੇ ਵੱਲੋਂ ਕੱਲ ਚੰਡੀਗੜ੍ਹ ਦੇ ਵਿੱਚ ਹੋਈ ਇੱਕ ਬੈਠਕ ਦੇ ਵਿੱਚ ਫੈਸਲਾ ਲੈ ਲਿਆ ਗਿਆ ਕਿ ਇਹ ਚੋਣਾਂ ਜਿਹੜੀਆਂ ਉਹ ਭਾਜਪਾ ਇਕੱਲਿਆਂ ਲੜੇਗੀ। ਭਾਵ ਕਿ ਢੀਂਡਸੇ ਹੁਣਾਂ ਨਾਲ ਵੀ ਸ਼ਾਇਦ ਨਾ ਲੜਨ। ਜੇ ਇਕੱਲਿਆਂ ਦਾ ਐਲਾਨ ਕੀਤਾ ਤਾਂ ਫਿਰ ਕਿਸੇ ਵੀ ਪਾਰਟੀ ਦੇ ਨਾਲ ਨਹੀਂ। ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਇਹ ਵੱਡਾ ਕਰਾਰਾ ਝਟਕਾ ਲੱਗਿਆ। ਕੀ ਕਾਰਨ ਜਿਹੜੇ ਹੋ ਸਕਦੇ ਆ ਜਿਹਦੇ ਕਰਕੇ ਕੈਪਟਨ ਤੋਂ ਕਿਨਾਰਾ ਭਾਜਪਾ ਕਰਦੀ ਦਿਖਾਈ ਦੇ ਰਹੀ ਹੈ? ਤਾਂ ਦੂਜੇ ਪਾਸੇ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੈਪਟਨ ਦੇ ਕੱਟੜ ਵਿਰੋਧੀ, ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਉਧਰ ਸੁਨੀਲ ਜਾਖੜ ਦੇ ਲਈ ਕਿਤੇ ਦਰਵਾਜ਼ੇ ਖੋਲਣ ਦੀ ਇਹ ਤਿਆਰੀ ਤਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਨਾ? ਜੀ ਸੁਖਵਿੰਦਰ ਜੀ, ਜਿਸ ਤਰੀਕੇ ਦੇ ਨਾਲ ਕੱਲ ਖਬਰਾਂ ਜਿਹੜੀਆਂ ਆਈਆਂ ਨੇ ਔਰ ਸਾਹਮਣੇ ਜੋ ਜਾਣਕਾਰੀ ਮਿਲੀ ਹੈ ਕਿ ਜਿਹੜੀਆਂ 4 ਨਗਰ ਨਿਗਮ ਨੇ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਔਰ ਬਠਿੰਡੇ ਦੀ ਜਿਹੜੀ ਗੱਲ ਹੈਗੀ ਆ, ਇਹਨਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ, ਭਾਜਪਾ ਬਿਨਾਂ ਗੱਠਜੋੜ ਤੋਂ ਚੋਣਾਂ ਲੜੇਗੀ, ਭਾਵ ਆਪਣੇ ਸਿਰ ਤੇ ਇਕੱਲੇ ਲੜੇਗੀ। ਔਰ ਉਹਨਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਕਿ ਭਾਜਪਾ ਦਾ ਜਿਹੜਾ ਆਧਾਰ ਹੈ, ਸ਼ਹਿਰੀ ਆਧਾਰ, ਬਹੁਤ ਮਜ਼ਬੂਤ ਆ, ਤਾਂ ਇਸ ਕਾਰਨ ਉਹ ਉਸ ਆਪਣੇ ਆਧਾਰ ਨੂੰ ਪਰਖਣਾ ਚਾਹੁੰਦੀ ਹੈਗੀ ਹੈ। ਹੁਣ ਸਥਿਤੀਆਂ ਇਹ ਨੇ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੀ, ਉਹਨੂੰ ਪੂਰਨ ਤੌਰ ਤੇ ਉਹਦਾ ਸਹਿਯੋਗ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ, ਉਹ ਚੋਣਾਂ ਦੇ ਵਿੱਚ ਭਾਜਪਾ ਨੇ ਉਹਦੇ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ। ਤਾਂ ਉਹਨਾਂ ਚੋਣਾਂ ਦੇ ਵਿੱਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਥਿਤੀ ਆ, ਉਹ ਭਾਜਪਾ ਜਿਹੜੀ ਉਹ ਜਾਣ ਚੁੱਕੀ ਆ ਕਿ ਕੇਵਲ ਔਰ ਕੇਵਲ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਜਿਹੜਾ ਸੀ, ਕਿਸੇ ਸਮੇਂ ਪੰਜਾਬ ਦੇ ਵਿੱਚ ਇੱਕ ਜਿੱਤ ਦਾ ਪ੍ਰਤੀਕ ਸਮਝਿਆ ਜਾਂਦਾ ਸੀ। ਹੁਣ ਉਹ ਨਾਮ ਨਾ ਹੀ ਉਹਨਾਂ ਦੀ ਪਾਰਟੀ ਤੇ ਨਾ ਹੀ ਉਹਨਾਂ ਦਾ ਨਾਮ ਕੋਈ ਆਧਾਰ ਪੰਜਾਬ ਦੇ ਲੋਕਾਂ ਦੇ ਵਿੱਚ ਰੱਖਦਾ। ਸੋ ਇਸ ਕਾਰਨ ਜਿਹੜੀ ਭਾਜਪਾ ਹੈ ਉਹ ਹੁਣ ਆਪਣੇ ਪਰ ਜਿਹੜੇ ਆ ਇਕੱਲੇ ਤੋਲਣ ਦੇ ਮੂਡ ਦੇ ਵਿੱਚ ਹੈਗੀ ਕਿ ਅਸੀਂ ਆਪਣੇ ਪਰ ਤੋਲ ਲਈਏ। ਇਹ ਇੱਕ ਜਨਰਲ ਵਿਊ ਹੈ। ਪਰ ਜਿਹੜਾ ਇਸ ਦਾ ਸੈਕਿੰਡ ਪੱਖ ਆ, ਉਹ ਜਿਹੜਾ ਤੁਸੀਂ ਸਥਿਤੀ ਭੂਮਿਕਾ 'ਚ ਬਿਆਨ ਕੀਤੀ ਆ, ਉਹ ਜ਼ਿਆਦਾ ਮਜ਼ਬੂਤ ਲੱਗਦੀ ਹੈ। ਕਿਉਂਕਿ ਜਿਸ ਤਰੀਕੇ ਨਾਲ ਸੁਨੀਲ ਜਾਖੜ ਹੁਣੀ ਅੱਜ ਕੱਲ ਇੱਕ ਖਾਸ ਵਰਗ ਦਾ ਨਾਮ ਲੈ ਕੇ ਰਾਜਨੀਤੀ ਕਰਦੇ ਆ, ਹਿੰਦੂ ਵਰਗ ਦੀ ਗੱਲ ਕਰ ਰਹੇ ਆ, ਔਰ ਹਿੰਦੂ ਵਰਗ ਦੀ ਗੱਲ ਕਰਦੇ ਆ, ਉਹਨਾਂ ਦਾ ਮਾਨਸਿਕ ਪੀੜ ਜਿਹੜੀ ਆ ਕਿ ਸਿਰਫ ਇਸ ਕਰਕੇ ਮੁੱਖ ਮੰਤਰੀ ਨਹੀਂ ਸੀ ਬਣਾਇਆ ਗਿਆ ਕਿਉਂਕਿ 42 ਵਿਧਾਇਕਾਂ ਦਾ ਸਮਰਥਨ ਉਹਨਾਂ ਨੂੰ ਪ੍ਰਾਪਤ ਸੀ, ਪਰ ਬਣਾਇਆ ਇਸ ਕਰਕੇ ਨਹੀਂ ਗਿਆ ਕਿਉਂਕਿ ਉਹ ਹਿੰਦੂ ਸਨ। ਕੱਲ ਵੀ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਕਿੱਡੀ ਸ਼ਰਮ ਦੀ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਕੇਵਲ ਇਸ ਕਰਕੇ ਹੀ ਮੁੱਖ ਮੰਤਰੀ ਕਿਸੇ ਹਿੰਦੂ ਨੂੰ ਨਹੀਂ ਬਣਾਇਆ ਜਾਂਦਾ ਕਿ ਉਹ ਮਤਲਬ ਉਸ ਬਹੁਗਿਣਤੀ ਜੱਟ ਸਿੱਖ ਬਹੁਗਿਣਤੀ ਨਾਲ ਸੰਬੰਧਿਤ ਨਹੀਂ ਹੈਗਾ। ਹੁਣ ਇਹੋ ਜਿਹੀ ਜਿਹੜੀ ਸੋਚ ਆ, ਇਹੋ ਜਿਹੀ ਸੋਚ ਇਹ ਭਾਜਪਾ ਨੂੰ ਕਾਫੀ ਰਾਸ ਹੁੰਦੀ ਹੈ ਹਿੰਦੂ ਵਰਗ ਵਾਲੀ। ਤਾਂ ਕੱਲ ਵੀ ਜਦੋਂ ਇੰਟਰਵਿਊ ਦੇ ਵਿੱਚ ਜਾਖੜ ਨੇ ਇਹ ਗੱਲ ਕਹੀ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਹੁਣ ਤੁਹਾਡਾ ਅਗਲਾ ਜਿਹੜਾ ਕਦਮ ਕੀ ਹੋ ਸਕਦਾ, ਕੀ ਭਾਜਪਾ ਦੇ ਵਿੱਚ ਤੁਹਾਡੀ ਕੋਈ ਜਾਣ ਦੀ ਤਿਆਰੀ ਹੈ, ਉਹਨਾਂ ਨੇ ਇੰਨੀ ਗੱਲ ਕਹੀ, ਵੇਖੋ ਤੇ ਇੰਤਜ਼ਾਰ ਕਰੋ। ਇਹ ਸੁਨੀਲ ਜਾਖੜ ਦਾ ਬਿਆਨ। ਦੂਜਾ ਜਿਹੜਾ ਸਥਿਤੀ ਹੈਗੀ ਆ ਉਹ ਨਵਜੋਤ ਸਿੰਘ ਸਿੱਧੂ ਦੀ ਹੈ।
ਨਵਜੋਤ ਸਿੰਘ ਸਿੱਧੂ ਕੱਲ ਜਿਸ ਤਰੀਕੇ ਨਾਲ ਰੋਪੜ ਵਿਖੇ ਗਏ, ਆਪਣੀ ਗੱਲਬਾਤ ਕੀਤੀ ਔਰ ਉਹਨੂੰ ਭਗਵੰਤ ਮਾਨ ਨੂੰ ਠਿੱਬੀਆਂ ਲਾਈਆਂ ਜਾਂ ਗੱਲਾਂ ਦੇ ਨਾਲ ਪੂਰੇ ਮੇੜੋ ਮੇੜੀ ਹੋਏ, ਔਰ ਉਸ ਤੋਂ ਬਾਅਦ ਕਾਂਗਰਸ ਦੀ ਜਿਹੜੀ ਅਧਿਕਾਰਤ ਤੌਰ ਤੇ ਜਿਹੜੀ ਰੈਲੀ ਸੀ ਰਾਜਾ ਵੜਿੰਗ ਵਾਲੀ, ਉੱਥੋਂ ਉਹ ਪੂਰਨ ਤੌਰ ਤੇ ਬਚ ਗਏ, ਉਹ ਵਾਪਸ ਆ ਗਏ। ਔਰ ਉਸ ਤੋਂ ਬਾਅਦ ਧਰਮਸੋਤ ਦੇ ਘਰ ਜਾ ਕੇ ਵੀ ਉਹਨਾਂ ਨੇ ਜਿਹੜੀ ਮੀਟਿੰਗ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਔਰ ਇਹਨਾਂ ਗੱਲਾਂ ਦੇ ਵਿੱਚੋਂ ਉਹਨਾਂ ਨੇ ਇਹ ਜਿਸ ਤਰ੍ਹਾਂ ਕਹਿ ਸਕਦੇ ਕਿ ਆਪਣੀ ਇੱਕ ਵੱਖਰੀ ਕਾਂਗਰਸ ਤੋਂ ਦੂਰੀ ਬਣਾ ਕੇ ਇਹ ਦਰਸਾਤਾ ਕਿ ਪੰਜਾਬ ਦੇ ਵਿੱਚ ਜੇ ਕੋਈ ਬੋਲਣ ਵਾਲਾ ਜਾਂ ਮੁੱਦਿਆਂ ਨੂੰ ਚੁੱਕਣ ਵਾਲਾ ਜਾਂ ਇੱਕ ਹਮਲਾਵਰ ਰੁੱਖ ਅਪਣਾ ਕੇ ਰਾਜਨੀਤੀ ਕਰਨ ਵਾਲਾ ਆਗੂ ਹੈਗਾ ਤਾਂ ਸ਼ਾਇਦ ਉਹ ਨਵਜੋਤ ਸਿੰਘ ਸਿੱਧੂ ਆ। ਹੁਣ ਇਹੋ ਜਿਹਾ ਆਗੂ ਵੀ ਭਾਜਪਾ ਨੂੰ ਬੜਾ ਰਾਸ ਹੁੰਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣ ਬੀਤੇ ਦੌਰ ਦੇ ਨਾਇਕ ਰਹਿ ਚੁੱਕੇ ਨੇ। ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਵਿੱਚ ਪਿਛਲੇ 4.5 ਸਾਲਾਂ ਦੌਰਾਨ ਹੀ ਮੋਹ ਜਿਹੜਾ ਭੰਗ ਹੋ ਚੁੱਕਾ, ਤੇ ਉਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਇਹ ਯਤਨ ਨਹੀਂ ਕੀਤੇ ਕਿ ਮੇਰੀ ਸਥਿਤੀ ਪੰਜਾਬ ਦੇ ਲੋਕਾਂ ਦੇ ਵਿੱਚ ਬਹਾਲ ਹੋ ਜਾਵੇ। ਤੇ ਦੂਜੇ ਪਾਸੇ ਇਹ ਜਿਹੜੇ ਦੋ ਲੀਡਰ ਨੇ ਜਿਨ੍ਹਾਂ ਦਾ ਨਾਮ ਤੁਸੀਂ ਲਿਆ, ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ, ਇਹ ਹਰਨ ਦੇ ਬਾਵਜੂਦ ਵੀ ਅੱਜ ਦੀ ਤਰੀਕ ਦੇ ਵਿੱਚ ਵੀ ਲੋਕਾਂ 'ਚ ਉਸੇ ਤਰੀਕੇ ਨਾਲ ਵਿਚਰੇ ਆ ਜਿਸ ਤਰੀਕੇ ਨਾਲ ਇਹ ਪਹਿਲਾਂ ਵਿਚਰਦੇ ਰਹੇ ਆ। ਸੋ ਇਹਨਾਂ ਸਾਰੇ ਇਹ ਪ੍ਰਸੰਗ ਦੇ ਵਿੱਚ ਮੈਂ ਇਹ ਗੱਲ ਕਹਿ ਸਕਦਾ ਕਿ ਭਾਜਪਾ ਸ਼ਾਇਦ ਪੋਸੀਬਿਲਿਟੀ ਹੈਗੀ ਆ, ਭਾਜਪਾ ਦੀ ਪੋਸੀਬਿਲਿਟੀ ਨਾ ਹੋਵੇ ਜੇਕਰ ਇਹਨਾਂ ਨੇਤਾਵਾਂ ਦੀ ਵੀ ਅਸੀਂ ਗੱਲ ਕਰੀਏ ਕਿ ਇਹ ਇਹਨਾਂ ਵਾਸਤੇ ਹੁਣ ਭਾਜਪਾ ਦੇ ਜਿਹੜੇ ਦੁਆਰ ਨੇ ਉਹ ਖੁੱਲੇ ਹੋ ਸਕਦੇ ਆ, ਕਿਉਂਕਿ ਸੁਨੀਲ ਜਾਖੜ ਦਾ ਇੱਕ ਹਿੰਦੂ ਚਿਹਰਾ, ਜਿਸ ਤਰੀਕੇ ਨਾਲ ਬੇਸ਼ੱਕ ਉਹ ਆਪਣੇ ਆਪ ਨੂੰ ਧਰਮ ਨਿਰਪੱਖਤਾ ਦੀ ਉਹ ਗੱਲ ਕਰਦੇ ਆ, ਪਰ ਜਿਹੜਾ ਉਹਨਾਂ ਨੇ ਕਾਰਡ ਸੁੱਟਿਆ ਸੀ ਉਹ ਕਾਰਡ ਹਿੰਦੂ ਵਰਗ ਦਾ ਕਾਰਡ। ਤੇ ਨਾਲ ਹੀ ਨਾਲ ਮੈਂ ਸੁਖਵਿੰਦਰ ਜੀ ਤੁਹਾਨੂੰ ਇਹ ਵੀ ਯਾਦ ਕਰਾਦਾ ਕਿ ਨਵਜੋਤ ਸਿੰਘ ਸਿੱਧੂ ਦੇ ਅੱਜ ਕੱਲ੍ਹ ਜਿਹੜੇ ਕੱਟੜ ਸਮਰਥਕ ਬਣੇ ਨੇ ਅਸ਼ਵਨੀ ਸੇਖੜੀ, ਉਹਨਾਂ ਨੇ ਵੀ ਬੀਤੇ ਦੌਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹਿੰਦੂ ਕਾਰਡ ਜਿਹੜਾ ਉਹ ਸੁੱਟਿਆ ਸੀ ਤੇ ਉਹ ਚੱਲਿਆ ਵੀ ਸੀ। ਹੁਣ ਇਹੋ ਜਿਹੇ ਜਿਹੜੇ ਕਾਰਡ ਨੇ ਇਹ ਭਾਜਪਾ ਨੂੰ ਬੜੀ ਰਾਸ ਆਉਂਦੇ ਆ, ਤਾਂ ਜੇਕਰ ਭਾਜਪਾ ਇਹਨਾਂ ਕਾਰਡਾਂ ਦੇ ਸਿਰ ਤੇ ਇੱਕ ਪਾਸੇ ਨਵਜੋਤ ਸਿੱਧੂ ਨਾਲ ਅਸ਼ਵਨੀ ਸੇਖੜੀ ਜਿਹੜਾ ਹਿੰਦੂ ਮਹਾਸਭਾ ਦਾ ਲੀਡਰ ਜਿਹੜੀ ਬਣੀ ਆ ਕੋਈ, ਉਹਦਾ ਵੀ ਉਹ ਪ੍ਰਧਾਨ ਹੈਗੇ ਨੇ, ਦੂਜੇ ਪਾਸੇ ਸੁਨੀਲ ਜਾਖੜ ਵੀ ਅਗਰ ਚਲੇ ਜਾਂਦੇ ਨੇ, ਤੇ ਜਿਨ੍ਹਾਂ ਦਾ ਸ਼ਹਿਰੀ ਵਰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ, ਅਸ਼ਵਨੀ ਸੇਖੜੀ ਦਾ, ਸੁਨੀਲ ਜਾਖੜ ਦਾ ਸ਼ਹਿਰੀ ਵਰਗ ਦੇ ਵਿੱਚ ਆਧਾਰ ਤਾਂ ਹੈ ਹੀ ਹੈ, ਤਾਂ ਫਿਰ ਕੁਦਰਤੀ ਤੌਰ ਤੇ ਭਾਜਪਾ ਜਿਹੜੀ ਆ ਇਹਨਾਂ ਜੇਤੂ ਘੋੜਿਆਂ ਤੇ ਦਾ ਜ਼ਰੂਰ ਲਾ ਸਕਦੀ ਹੈ, ਇਹਨਾਂ ਨੂੰ ਆਪਣੇ ਵੱਲ ਖਿੱਚ ਸਕਦੀ ਆ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਦੌੜ ਦੇ ਵਿੱਚੋਂ ਘੋੜੇ ਜਿਹੜੇ ਪਛੜ ਚੁੱਕੇ, ਜਿਹੜੇ ਅੰਨੇ ਘੋੜਿਆਂ ਦੇ ਸ਼ਾਹ ਸਵਾਰ ਸਨ ਤੇ ਦਿਸ਼ਾਹੀਨ ਜਿਹੜੇ ਉਹ ਯੁੱਧ ਲੜਦੇ ਰਹੇ ਨੇ, ਉਹਨਾਂ ਨੇ ਨਾਲ ਲੈ ਕੇ ਕੀ ਲੈਣਾ। ਸ਼ਾਇਦ ਭਾਜਪਾ ਦਾ ਇਹ ਫੈਸਲਾ ਇਸੇ ਸੰਦਰਭ ਵਿੱਚ ਹੀ ਆ ਕਿ ਕਿਤੇ ਨਾ ਕਿਤੇ ਘਰ ਵਾਪਸੀ ਜਿਹੜੀ ਆ ਨਵਜੋਤ ਸਿੱਧੂ ਦੀ ਹੋ ਸਕਦੀ ਆ, ਸੁਨੀਲ ਜਾਖੜ ਨੂੰ ਲਾਇਆ ਜਾ ਸਕਦਾ ਆਪਣੇ ਨਾਲ, ਕਿਉਂਕਿ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਕੀ ਸੋਚਦੇ ਆ ਇਸ ਬਾਰੇ ਉਹ ਉਹਨਾਂ ਤੇ ਡਿਪੈਂਡ ਕਰਦਾ ਹੈ। ਪਰ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਸ਼ਾਇਦ ਭਾਜਪਾ ਦੇ ਵੱਲੋਂ ਇਹਨਾਂ ਲੀਡਰਾਂ ਨੂੰ ਕਿਨਾਰੇ ਇਸ ਲਈ ਕੀਤਾ ਜਾ ਰਿਹਾ ਹੋਵੇ ਕਿ ਸਿੱਧੂ ਅਤੇ ਜਿਹੜਾ ਜਾਖੜ ਦੇ ਲਈ ਦਰਵਾਜ਼ੇ ਖੋਲ੍ਹਣੇ ਹੋਣ। ਹੁਣ ਉਹਨਾਂ ਦੋਵਾਂ ਦਾ ਕੀ ਫੈਸਲਾ ਹੁੰਦਾ ਉਹ ਤਾਂ ਉਹੀ ਜਾਣਦੇ ਨੇ, ਪਰ ਭਾਜਪਾ ਨੇ ਇੱਕ ਮੈਨੂੰ ਲੱਗਦਾ ਕਿ ਇਸ਼ਾਰਾ, ਇੱਕ ਸੰਕੇਤ ਜਿਹੜਾ ਇਹਨਾਂ ਦੋਵੇਂ ਲੀਡਰਾਂ ਨੂੰ ਜ਼ਰੂਰ ਦੇ ਦਿੱਤਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲਾ ਹੁੰਦਾ ਤਾਂ ਉਹ ਵੀ ਜਾਣਾਂਗੇ। ਅਣਖ ਸਾਹਿਬ, ਆਪਾਂ ਅਗਲੀ ਖਬਰ ਵਾਲੇ ਪਾਸੇ ਵਧੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਉਹ ਲਗਾਤਾਰ ਕੁਝ ਵਧੀਆ ਫੈਸਲੇ ਲੈਂਦੇ ਜਾ ਰਹੀ ਆ। ਪਿਛਲੇ ਦਿਨੀ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਬਿਆਨ ਦਿੱਤਾ ਸੀ, ਕਹਿੰਦੇ ਕਿ ਮੈਨੂੰ ਪਤਾ ਭਾਈ ਕਿ ਕਿਹਨੇ ਪੈਸੇ ਖਾਦੇ ਆ, ਕਿੱਥੇ ਪੰਜਾਬ ਦਾ ਪੈਸਾ ਜਿਹੜਾ ਕਰਜ਼ੇ ਚੱਕ ਕੇ ਲਿਆ ਹੋਇਆ ਸੀਗਾ ਕਿੱਥੇ ਗਿਆ, ਕਹਿੰਦੇ ਮੈਨੂੰ ਸਭ ਪਤਾ। ਤੇ ਉਦੋਂ ਬਾਅਦ ਚੋਂ ਨਵਜੋਤ ਸਿੱਧੂ ਨੇ ਕਹਿੰਦਾ ਕਿ ਜੇ ਪਤਾ ਤਾਂ ਨਾਮ ਦੱਸੋ, ਫਿਰ ਕਹਿੰਦੇ ਕਿ ਅਸੀਂ ਭਾਈ ਜਾਂਚ ਕਰਾਂਗੇ। ਤਾਂ ਹੁਣ ਇਹ ਪਤਾ ਲੱਗਿਆ ਕਿ ਅਜਿਹਾ ਹੀ ਇੱਕ ਘਪਲਾ ਜਿਹੜਾ ਵਿਧਾਨ ਸਭਾ ਦੇ ਅੰਦਰ ਹੋਏ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਕਾਂਗਰਸ ਦੇ ਜਾਂ ਦੂਜੀਆਂ ਪਾਰਟੀਆਂ ਦੇ ਕੁਝ ਸਾਬਕਾ ਮੰਤਰੀ ਤੇ ਵਿਧਾਇਕਾਂ ਦੇ ਰਿਸ਼ਤੇਦਾਰ ਬਿਨਾਂ ਯੋਗਤਾ ਤੋਂ ਫਿੱਟ ਕੀਤੇ ਹੋਏ ਆ। ਤੇ ਇੱਕ ਤਾਂ ਕਹਿੰਦੇ ਪੁਰਾਣੇ ਵਿਧਾਨ ਸਭਾ ਸਪੀਕਰ ਜਿਹੜੇ ਰਾਣਾ KP ਨੇ ਉਹਨਾਂ ਦਾ ਪਰਿਵਾਰਕ ਮੈਂਬਰ ਹੀ ਹੈ। ਇਹਦੇ ਤੇ ਸ਼ਿਕਾਇਤ ਦਾ ਜਿਹੜਾ ਆਧਾਰ ਉਹ ਆਪਣੇ ਹੀ ਮੰਤਰੀ ਹਰਜੋਤ ਬੈਂਸ ਨੂੰ ਬਣਾਇਆ ਗਿਆ। ਹਰਜੋਤ ਸਿੰਘ ਬੈਂਸ ਨੇ ਚੋਣਾਂ ਤੋਂ 3 ਮਹੀਨੇ ਪਹਿਲਾਂ ਇਹ ਤੇ ਇਲਜ਼ਾਮ ਲਾਏ ਸੀਗੇ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਕੀ ਪੂਰੀ ਕਹਾਣੀ ਹੈ? ਸੁਖਿੰਦਰ ਜੀ, ਜਦੋਂ ਚੋਣਾਂ ਹੋਣੀਆਂ ਸੀ, ਚੋਣਾਂ ਤੋਂ ਪਹਿਲਾਂ ਹਰਜੋਤ ਬੈਂਸ ਨੇ ਇੱਕ ਐਪਲੀਕੇਸ਼ਨ ਸਰਕਾਰ ਕਰਦਾ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਸੀ ਕਿ ਵਿਧਾਨ ਸਭਾ ਭਰਤੀ ਕਾਂਡ ਦੇ ਵਿੱਚ ਬੜੇ ਅਜਿਹੇ ਜਿਹੜੇ ਕਾਂਗਰਸ ਦੇ ਮੰਤਰੀ ਨੇ ਉਸ ਸਮੇਂ ਤੇ ਕੁਝ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ ਬਿਨਾਂ ਯੋਗਤਾ ਦੇ ਆਧਾਰ ਤੇ ਨੌਕਰੀਆਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਦਿੱਤੀਆਂ ਗਈਆਂ ਨੇ। ਹਰਜੋਤ ਬੈਂਸ ਨੇ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਤੋਂ ਪਹਿਲਾਂ ਇਲਜ਼ਾਮ ਜਿਹੜਾ ਇਹ ਲਾਇਆ ਸੀ। ਤੇ ਅੱਜ ਕੱਲ ਵੀ ਵੇਖਿਆ ਜਾਵੇ ਤੇ ਹਰਜੋਤ ਬੈਂਸ ਹੀ ਦੋ ਮੰਤਰੀ ਜਿਹੜੇ ਨੇ ਬਹੁਤ ਐਕਟਿਵ ਨੇ, ਇੱਕ ਹਰਜੋਤ ਬੈਂਸ ਤੇ ਇੱਕ ਕੁਲਦੀਪ ਸਿੰਘ ਲਾਲਪੁਰਾ ਜਿਹੜੇ ਟਰਾਂਸਪੋਰਟ ਮੰਤਰੀ ਨੇ।
ਖੈਰ ਇਹ ਇੱਕ ਅਲੱਗ ਵਿਸ਼ਾ। ਤਾਂ ਹੁਣ ਉਸੇ ਹਰਜੋਤ ਬੈਂਸ ਦੀ ਉਸੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਇੱਕ ਕਮੇਟੀ ਗਠਨ ਕਰਨ ਨੂੰ ਉਹ ਸੋਚਿਆ ਜਾ ਰਿਹਾ ਕਿ ਯੋਜਨਾ ਜਿਹੜੀ ਬਣਾਈ ਆ ਜਿਹਦੇ ਵਿੱਚ IAS ਅਧਿਕਾਰੀ ਜਿਹੜੇ ਸ਼ਾਮਲ ਹੋਣਗੇ। ਹੁਣ ਮਸਲਾ ਇਹ ਹੈ ਕਿ ਇਹਦੇ ਵਿੱਚ ਸਮਝਿਆ ਜਾ ਰਿਹਾ ਜਾਂ ਉਹ ਸ਼ਿਕਾਇਤ ਹਰਜੋਤ ਬੈਂਸ ਨੇ ਇਹ ਕੀਤੀ ਸੀ ਕਿ ਰਾਣਾ KP ਜਿਹੜੇ ਵਿਧਾਨ ਸਭਾ ਦੇ ਸਪੀਕਰ ਸਨ ਤੇ ਹੋਰ ਕੁਝ ਮੰਤਰੀ ਤੇ ਕੁਝ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਯੋਗਤਾ ਦੇ ਆਧਾਰ ਤੇ ਵਿਧਾਨ ਸਭਾ 'ਚ ਨੌਕਰੀਆਂ ਦਿੱਤੀਆਂ ਗਈਆਂ। ਉਹ ਨੌਕਰੀਆਂ ਕਿਹੜੀਆਂ ਸਨ? ਸਟੋਰ ਕੀਪਰ ਦੀਆਂ ਨੌਕਰੀਆਂ ਸਨ, ਕਲਰਕ ਦੀਆਂ ਨੌਕਰੀਆਂ ਸਨ, ਰੀਡਰ ਦੀਆਂ ਨੌਕਰੀਆਂ ਸਨ ਤੇ ਦਰਜਾ 4 ਦੀ ਚਪੜਾਸੀ ਦੀ ਜਿਹੜੀਆਂ ਉਹ ਨੌਕਰੀਆਂ ਸਨ ਉਸ ਆਧਾਰ ਤੇ ਦਿੱਤੀਆਂ ਗਈਆਂ ਤੇ ਇਹਨਾਂ ਦੇ ਵਿੱਚ ਜ਼ਿਆਦਾ ਵਿਧਾਇਕਾਂ ਦੇ ਰਿਸ਼ਤੇਦਾਰ ਤੇ ਕੁਝ ਮੰਤਰੀਆਂ ਦੇ ਰਿਸ਼ਤੇਦਾਰ ਸਨ। ਹੁਣ ਇਹ ਮਾਮਲਾ ਜਿਹੜਾ ਤੂਲ ਫੜਿਆ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਕਿਹਾ ਕਿ ਨਾਮ ਦੱਸੋ, ਕੱਲ ਵੀ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਫੜ ਕੇ ਤੂੰ ਅੰਦਰ ਦੇ ਜੇ ਕੋਈ ਜ਼ਮੀਨ ਦੇ ਜਿਹੜੇ ਕਬਜ਼ੇ ਨੇ ਮੈਂ ਤੇਰੇ ਨਾਲ ਖਲੋਤਾ ਨਜ਼ਰ ਆਵਾਂਗਾ, ਇਹ ਵੀ ਉਹਨਾਂ ਨੇ ਗੱਲ ਕਹੀ ਹੈ। ਖੈਰ ਵਿਸ਼ਾ ਜਿਹੜਾ ਉਹ ਵਿਧਾਨ ਸਭਾ ਭਰਤੀ ਮਾਮਲੇ ਦੀ ਅਸੀਂ ਜਿਹੜੀ ਉਹ ਗੱਲ ਕਰਦੇ ਪਏ ਹਾਂ। ਹੁਣ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਇੱਕ ਕਮੇਟੀ ਜਿਹੜੀ ਆ ਉਹ ਗਠਨ ਜਿਹੜੀ ਕਰਨ ਦਾ ਉਹ ਫੈਸਲਾ ਕੀਤਾ ਜਿਹੜਾ ਪੂਰਨ ਤੌਰ ਤੇ ਉਹਨਾਂ ਨਿਯੁਕਤੀਆਂ ਨੂੰ ਦੇਖੇਗੀ ਕਿ ਜਿਹੜੀਆਂ ਨਿਯੁਕਤੀਆਂ ਬਿਨਾਂ ਕਿਸੇ ਪੈਰਾਮੀਟਰ ਤੋਂ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਯੋਗਤਾ ਕੋਈ ਨਹੀਂ ਆ, ਤਾਂ ਉਹਨਾਂ ਨੇ ਇੰਨਾ ਸਾਫ਼ ਵਾਰਨਿੰਗ ਦਿੱਤੀ ਹੈ ਕਿ ਉਹਨਾਂ ਨੂੰ ਘਰ ਭੇਜਿਆ ਜਾ ਸਕਦਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਵੀ ਕੀਤੀ ਜਾ ਸਕਦੀ ਹੈਗੀ ਆ। ਤੇ ਪਰ ਨਾਲ ਹੀ ਨਾਲ ਕੁਲਤਾਰ ਸਿੰਘ ਸੰਧਵਾ ਨੇ ਇਹ ਵੀ ਬਿਆਨ ਦਿੱਤਾ ਕਿ ਉਹਨਾਂ ਉਮੀਦਵਾਰਾਂ ਨੂੰ ਜਾਂ ਉਹਨਾਂ ਜਿਹੜੇ ਲੱਗੇ ਨੇ ਉਹਨਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜਿਹੜੇ ਇੱਕ ਯੋਗ ਪ੍ਰਣਾਲੀ ਦੇ ਰਾਹੀਂ ਆਏ ਨੇ। ਇੱਥੇ ਯੋਗ ਪ੍ਰਣਾਲੀ ਤੋਂ ਭਾਵ ਹੈਗਾ ਕਿ ਅਖਬਾਰ 'ਚ ਇਸ਼ਤਿਹਾਰ ਦਿੱਤਾ, ਅਖਬਾਰ 'ਚ ਇਸ਼ਤਿਹਾਰ ਦੇ ਥਰੂ ਜੇਕਰ ਫਿਰ ਟੈਸਟ ਹੁੰਦਾ, ਟੈਸਟ ਤੋਂ ਬਾਅਦ ਇੰਟਰਵਿਊ ਹੁੰਦੀ ਹੈ, ਸਕਰੀਨਿੰਗ ਹੁੰਦੀ ਆ, ਉਹ ਉਮੀਦਵਾਰ ਜਿਹੜੇ ਆਏ ਨੇ ਉਹਨਾਂ ਨੂੰ ਤਾਂ ਘਬਰਾਉਣ ਦੀ ਲੋੜ ਨਹੀਂ ਆ। ਪਰ ਜਿਹੜੇ ਚੋਰ ਮੋਹਰੀਆਂ ਰਾਹੀਂ ਜਾਂ ਪਿਛਲੇ ਦਰਵਾਜ਼ਿਓਂ ਆਉਣ ਦੀ ਸਿਫਾਰਿਸ਼ ਦੇ ਆਧਾਰ ਤੇ ਆਏ ਨੇ ਉਹ ਕਿਸੇ ਵੀ ਸੂਰਤ ਵਿੱਚ ਬਖਸ਼ੇ ਜਿਹੜੇ ਨਹੀਂ ਜਾਣਗੇ। ਔਰ ਸੁਖਵਿੰਦਰ ਜੀ ਇਹ ਚਾਹੀਦਾ ਵੀ ਹੈਗਾ ਕਿਉਂਕਿ ਜਿਹੜੇ ਬੰਦੇ ਇੰਨੀ ਯੋਗਤਾ ਦੇ ਆਧਾਰ ਤੇ ਜਿਹੜੇ ਅੱਜ ਦੀਆਂ ਤਰੀਕਾਂ ਦੇ ਵਿੱਚ ਬਾਹਰ ਭਟਕਦੇ ਫਿਰਦੇ ਆ, ਤਾਂ ਜੇਕਰ ਕੋਈ ਵੀ ਸਰਕਾਰ ਇਸ ਸੰਬੰਧ ਵਿੱਚ ਫੈਸਲਾ ਕਰਦੀ ਹੈ ਤਾਂ ਇਹ ਨੰਗਾ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਿ ਕਿਹੋ ਜਿਹੀਆਂ ਘਪਲੇਬਾਜ਼ੀਆਂ ਜਿਹੜੀਆਂ ਨੇ ਬੀਤੇ ਦੌਰ 'ਚ ਹੁੰਦੀਆਂ ਰਹੀਆਂ ਨੇ। ਤਾਂ ਇਹ ਜੇਕਰ ਘਪਲੇਬਾਜ਼ੀ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਘਪਲੇਬਾਜ਼ੀਆਂ ਨੂੰ ਨੰਗਾ ਕਰੇਗੀ ਤਾਂ ਫਿਰ ਕੁਦਰਤੀ ਤੌਰ ਤੇ ਇਹਨਾਂ ਦੀ ਵੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਇਹਨਾਂ ਨੇ ਵੀ ਕੱਲ ਨੂੰ ਜਾਣਾ ਤਾਂ ਫਿਰ ਅਜਿਹੀਆਂ ਆਉਣ ਵਾਲੀਆਂ ਸਰਕਾਰਾਂ ਵਾਸਤੇ ਇਹ ਚੀਜ਼ਾਂ ਹੋਣਗੀਆਂ ਕਿ ਹਾਂ ਪਿਛਲੇ ਦੌਰ ਵਿੱਚ ਜੋ ਹੋਇਆ ਉਸ ਨੂੰ ਫੜਿਆ ਜਾਵੇ ਤਾਂ ਘੱਟ ਤੋਂ ਘੱਟ ਸਰਕਾਰ ਫਿਰ ਕੁਝ ਆਪਣੇ ਪੱਖ ਤੇ ਇਹੋ ਜਿਹਾ ਗਲਤ ਕਰਨ ਲੱਗਿਆ ਜ਼ਰੂਰ ਸੋਚੇਗੀ। ਸੋ ਇਹ ਜਿਹੜੀ ਹਰਜੋਤ ਬੈਂਸ ਦੀ ਸ਼ਿਕਾਇਤ ਸੀ ਉਸ ਸਮੇਂ ਦੀ, ਇਹ ਹੁਣ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਧਮਾਕਾ ਜਿਹੜਾ ਉਹ ਜ਼ਰੂਰ ਕਰੇਗੀ। ਵੇਖਦੇ ਆ ਕਿ ਕਿਹੜੇ ਮੰਤਰੀ ਕਿਹੜੇ ਵਿਧਾਇਕਾਂ ਨੇ ਉਸ ਵਰਦੀ ਗੰਗਾ ਦੇ ਵਿੱਚ ਹੱਥ ਜਿਹੜੇ ਧੋਤੇ ਸੀ। ਤੁਹਾਨੂੰ ਯਾਦ ਹੋਣਾ ਕਿ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ, ਉਸ ਵੇਲੇ ਕੈਪਟਨ ਤੇ ਅਮਰਿੰਦਰ ਸਿੰਘ ਹੋਣਾ ਨੇ ਇੱਕ ਬੰਦੇ ਨੂੰ ਨਾਇਬ ਤਹਿਸੀਲਦਾਰ ਤੇ ਇੱਕ ਨੂੰ ਪੁਲਿਸ ਚ ਇੰਸਪੈਕਟਰ ਵੀ ਵਿਧਾਇਕਾਂ ਦੇ ਲਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀ, ਪਰ ਰੌਲਾ ਜਦੋਂ ਪੈ ਗਿਆ ਉਹ ਬੇਸ਼ੱਕ ਹਾਲਾਂਕਿ ਤਰਸ ਦੇ ਆਧਾਰ ਤੇ ਉਹਨਾਂ ਨੇ ਲਾਉਣ ਦੀ ਗੱਲ ਕੀਤੀ ਸੀ ਜੋਗਿੰਦਰਪਾਲ ਪਾਂਡੇ ਦੇ ਪੋਤਰੇ ਨੂੰ ਤੇ ਦੂਜੇ ਪਾਸੇ ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਨੂੰ, ਪਰ ਉਹ ਰੌਲਾ ਪੈ ਗਿਆ, ਉਹ ਮੁੱਦਾ ਕਿਤੇ ਚੱਲਿਆ ਨਹੀਂ ਸੀ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਸੁਖਵਿੰਦਰ ਜੀ ਜ਼ਰੂਰ ਹੋਣੀਆਂ ਚਾਹੀਦੀਆਂ। ਘੱਟ ਤੋਂ ਘੱਟ ਲੋਕਾਂ ਨੂੰ ਇਨਸਾਫ ਜਾਂ ਲੋਕਾਂ ਦੇ ਸਾਹਮਣੇ ਜਿਹੜੀ ਤਸਵੀਰ ਆ ਉਹ ਜ਼ਰੂਰ ਸੱਚ ਦੀ ਹੋਣੀ ਚਾਹੀਦੀ ਹੈ ਜੀ। ਬਿਲਕੁਲ। ਅਗਲੀ ਖਬਰ ਦੀ ਆਪਾਂ ਗੱਲਬਾਤ ਕਰ ਦਈਏ। ਪਿਛਲੀ ਸਰਕਾਰ ਤਾਂ ਅਣਖੀ ਸਾਹਿਬ ਆਪਾਂ ਬੜੇ MLA ਦੀਆਂ ਆਡੀਓ ਵਾਇਰਲ ਹੁੰਦੀਆਂ ਦੇਖੀਆਂ। ਇੱਕ MLA ਦਵਿੰਦਰ ਸਿੰਘ ਘੁਬਾਇਆ ਦੀ ਲੇਡੀ SHO ਦੇ ਨਾਲ ਆਡੀਓ ਵਾਇਰਲ ਹੋਈ ਜਿਹਦੇ ਵਿੱਚ MLA ਬਦਤਮੀਜ਼ੀ ਕਰਦੇ ਦਿਖਾਈ ਦਿੱਤੇ। ਉਸ ਤੋਂ ਬਾਅਦ ਇੱਕ ਰਾਜਵਿੰਦਰ ਕੌਰ ਭਾਗੀ ਕੇ ਬਾਅਦ ਚੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ ਕਰ ਗਈ, ਜਦੋਂ ਕਾਂਗਰਸ ਦੇ ਵਿੱਚ ਹੁੰਦੀ ਸੀ, ਉਹਦੀ ਇੱਕ ਥਾਣੇਦਾਰ ਦੇ ਨਾਲ ਆਡੀਓ ਵਾਇਰਲ ਹੋਈ, ਉਹ ਥਾਣੇਦਾਰ ਦੇ ਉੱਪਰ ਰੋਹਬ ਝਾੜਦੀ ਦਿਖਾਈ ਦਿੱਤੀ। ਹਰਮਿੰਦਰ ਸਿੰਘ ਗਿੱਲ ਦਾ SHO ਦੇ ਨਾਲ ਪੇਚਾ ਪਿਆ, ਉਹ ਵੀ ਜਿਹੜੇ ਆਡੀਓ ਦੇ ਵਿੱਚ ਰੋਹਬ ਝਾੜਦੇ ਦਿਖਾਈ ਦਿੱਤੇ। ਹੋਰ ਵੀ ਵੱਖ-ਵੱਖ ਡਿਪਾਰਟਮੈਂਟਸ ਦੇ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ DSP ਸੇਖੋਂ ਦੇ ਨਾਲ ਉਹਨਾਂ ਦੀ ਆਡੀਓ ਵਾਇਰਲ ਹੋਈ, ਉਹਨਾਂ ਦੇ ਉੱਪਰ ਰੋਹਬ ਝਾੜਦੇ ਦਿਖਾਈ ਦਿੱਤੇ। ਉਸੇ ਹੀ ਤਰ੍ਹਾਂ ਦਾ ਰੰਗ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵੀ ਕਹਿੰਦੇ ਚੜ੍ਹਦਾ ਜਾ ਰਿਹਾ। ਇੱਕ SHO ਦੇ ਉੱਪਰ ਕਹਿੰਦੇ ਕਿ ਇਹਨਾਂ ਨੇ ਰੋਹਬ ਝਾੜਿਆ, ਮਿਸਬਿਹੇਵ ਕੀਤਾ। SHO ਦੇ ਇਹ ਇਲਜ਼ਾਮ ਨੇ ਕਿ ਭਾਈ ਮੇਰੇ ਤੇ MLA ਨੇ ਰੋਹਬ ਝਾੜਨ ਦੀ ਕੋਸ਼ਿਸ਼ ਕੀਤੀ ਆ, ਮੇਰੇ ਤੇ ਜਿਹੜਾ ਮਿਸਬਿਹੇਵ ਮੇਰੇ ਨਾਲ ਕਹਿੰਦੇ MLA ਨੇ ਕੀਤਾ। ਮਨਵਿੰਦਰ ਸਿੰਘ ਗਿਆਸਪੁਰਾ ਦੇ ਬਾਰੇ ਇਹ ਗੱਲ SHO ਦੇ ਵੱਲੋਂ ਕਹੀ ਜਾ ਰਹੀ ਹੈ। ਇਹ ਕੀ ਪੂਰੀ ਕਹਾਣੀ ਹੈ ਕਿ ਸਾਹਿਬ, ਇਹ ਵੀ ਆਪਣੇ ਦਰਸ਼ਕਾਂ ਨਾਲ ਆਪਾਂ ਜ਼ਰੂਰ ਸਾਂਝੀ ਕਰੀਏ। ਸੁਖਵਿੰਦਰ ਜੀ, ਪੰਜਾਬੀ ਚ ਇੱਕ ਖਾਨ ਹੈਗਾ, ਤਾਈ ਦੀ ਧੀ ਚੱਲੀ ਤੇ ਮੈਂ ਕੋ ਰਵਾਂ ਕੱਲੀ। ਬੜਾ ਮਸ਼ਹੂਰ ਖਾਨ ਹੈਗਾ। ਜੇਕਰ ਪਿਛਲੇ ਦੌਰ ਤੋਂ ਤੁਸੀਂ ਇਹਨਾਂ ਵਿਧਾਇਕਾਂ ਦੇ ਨਾਮ ਗਣਾਏ ਨੇ ਜਿਹੜੇ ਚਰਚਾਵਾਂ ਚ ਵਿਸ਼ਾ ਰਹੇ ਨੇ, ਤਾਂ ਫਿਰ ਇਹ ਨਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਨੇ, ਰੰਗ ਤਾਂ ਇਹਨਾਂ ਨੂੰ ਵੀ ਜਿਹੜਾ ਉਹ ਚੜ੍ਹਦਾ ਹੈਗਾ ਤਾਂ ਰੰਗ ਚੜ੍ਹਦਾ ਇਹ ਮਹਿਸੂਸ ਹੋ ਰਿਹਾ। ਜਿਹੜੀ ਤੁਸੀਂ ਸਥਿਤੀ ਬਲਵਿੰਦਰ ਸਿੰਘ ਗਿਆਸਪੁਰੇ ਦੀ ਕੀਤੀ ਆ ਉਸ ਪ੍ਰਸੰਗ ਦੇ ਵਿੱਚ, ਇਹ ਮਾਮਲਾ ਜਿਹੜਾ ਇਹ ਹੈ ਕਿ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ
ਇੱਕ ਰਾਜੀਨਾਮਾ ਜਿਹੜਾ ਕਰਾਉਣਾ ਸੀ, ਤਾਂ ਜਿਹੜੇ ਨਵੇਂ ਨਵ ਨਿਯੁਕਤ MLA ਨੇ ਮਲਿੰਦਰ ਸਿੰਘ ਗਿਆਸਪੁਰਾ, ਉਹਨਾਂ ਨੇ SHO ਨੂੰ ਫੋਨ ਕਰਕੇ ਕਿਹਾ ਕਿ ਇਹ ਜਿਹੜਾ ਰਾਜੀਨਾਮਾ ਤੁਸੀਂ ਆਪਣੇ ਦਫ਼ਤਰ 'ਚ ਸੱਦ ਕੇ ਇਹਨਾਂ ਪਾਰਟੀਆਂ ਦਾ ਕਰਾ ਦਿਓ। ਅੱਗੋਂ SHO ਸਾਹਿਬ ਦਾ ਇਹ ਤਰਕ ਸੀ ਕਿ ਜਿਹੜੇ ਤਫਤੀਸ਼ੀ ਅਫਸਰ ਨੇ ਉਹ SP ਖੰਨਾ ਕੋ ਗਏ ਹੋਏ ਨੇ ਤੇ ਮੈਂ ਇਹਦੇ ਵਿੱਚ ਕਰ ਨਹੀਂ ਸਕਦਾ, ਉਹ ਆਉਣਗੇ ਤੇ ਫਿਰ ਤੁਹਾਡਾ ਮਸਲਾ ਜਿਹੜਾ ਹੱਲ ਕਰ ਦਿੱਤਾ ਜਾਏਗਾ। ਇਸ ਤੋਂ ਬਾਅਦ ਜੋ ਜਾਣਕਾਰੀ ਮਿਲੀ ਆ, ਕਹਿੰਦੇ ਨੇ ਕਿ ਗਿਆਸਪੁਰਾ ਨੇ ਕਥਾ ਤੌਰ ਤੇ ਇੰਨੀ ਗੱਲ ਕਹੀ ਕਿ ਤੁਸੀਂ ਪੁਲਿਸ ਵਾਲੇ ਐਵੇਂ ਭੌਂਕਦੇ ਰਹਿੰਦੇ ਜੀ, ਇਹ ਹੈ ਕੁਝ ਇਸ ਤਰ੍ਹਾਂ ਜਿਹੜੀ ਮਾੜੀ ਸ਼ਬਦਾਵਲੀ ਉਸੇ ਤਰੀਕੇ ਦੀ ਸ਼ਬਦਾਵਲੀ ਵਰਤੀ ਜਿਹੋ ਜੀ ਸ਼ਬਦਾਵਲੀ ਨਵਾਂ ਕੋਈ MLA ਬਣ ਕੇ ਵਰਤਦਾ ਹੈਗਾ। ਪਰ ਦੂਜੇ ਪਾਸੇ ਜਿਹੜਾ ਹੁਣ ਡਿਊਟੀ ਤੇ ਤਾਇਨਾਤ ਅਫਸਰ ਆ, ਸ਼ਾਇਦ ਇਹ ਗੱਲ ਉਸਨੂੰ ਠੀਕ ਨਹੀਂ ਲੱਗੀ, ਕਿ ਲੱਗੇ ਵੀ ਕਿਉਂ ਨਾ, ਜਦੋਂ ਬੰਦਾ ਆਪਣੀ ਡਿਊਟੀ ਠੀਕ ਤਰੀਕੇ ਨਾਲ ਨਿਭਾ ਰਿਹਾ ਤਾਂ ਫਿਰ ਉਸਨੂੰ ਡਰਨ ਦੀ ਲੋੜ ਨਹੀਂ। ਤਾਂ ਉਸੇ ਨੇ ਫਿਰ ਆਪਣੀ ਡਿਊਟੀ ਤੋਂ ਪੂਰਨ ਤੌਰ ਤੇ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੁੰਦਿਆਂ ਹੋਇਆਂ MLA ਸਾਹਿਬ ਦੀ DDR ਕੱਢਤੀ। DDR ਹੁੰਦੀ ਡੇਲੀ ਡਿਸਪੈਚ ਰਜਿਸਟਰ ਦੇ ਵਿੱਚ ਕਾਰਵਾਈ ਕੀ ਸਰਕਾਰੀ ਕੰਮਕਾਜ ਦੇ ਵਿੱਚ ਇਸ ਅਫਸਰ ਨੇ, ਮਾਫ ਕਰਦਾ, ਇਸ ਵਿਅਕਤੀ ਨੇ ਜਿਹੜੀ ਦਖਲ ਅੰਦਾਜ਼ੀ ਕੀਤੀ ਆ ਔਰ ਬਕਾਇਦਾ ਤੌਰ ਤੇ ਕੰਮ ਦੇ ਵਿੱਚ ਰੋਕ ਪਾਈ ਆ ਤੇ ਡਿਊਟੀ ਤੇ ਤਾਇਨਾਤ ਅਧਿਕਾਰੀ ਨਾਲ ਬਦਤਮੀਜ਼ੀ ਕੀਤੀ ਆ। ਇਹ DDR ਜਦੋਂ ਕੱਟੀ ਜਾਂਦੀ ਤੇ ਇਹ ਵੀ ਇੱਕ ਕਾਨੂੰਨੀ ਦਾਅਪੇਚ ਬਣ ਜਾਂਦਾ, ਇੱਕ ਮਸਲਾ ਬਣ ਜਾਂਦਾ ਕਿ ਜਦੋਂ ਹੁਣ ਚਲੋ ਅੱਜ ਦੀ ਤਰੀਕ 'ਚ ਤਾਂ ਇਹ ਕਿਹਾ ਗਿਆ ਕਿ ਉਸ SHO ਨੂੰ ਬਦਲ ਦਿੱਤਾ ਗਿਆ ਡੇਲੀ ਰੂਟੀਨ ਦੇ ਵਿੱਚ, ਹਾਲਾਂਕਿ ਬਦਲਿਆ ਤੇ ਇਸੇ ਕਰਕੇ ਗਿਆ ਕਿਉਂਕਿ ਜਦੋਂ DDR ਕੱਟੀ ਗਈ MLA ਨੇ ਜਾ ਕੇ ਸ਼ਿਕਾਇਤ ਕੀਤੀ ਤੇ MLA ਦੀ ਸਿਫਾਰਿਸ਼ ਤੇ ਉਹ ਜਨਾਬ ਬਦਲਿਆ ਗਿਆ। ਪਰ ਇਹ DDR ਜਿਹੜੀ ਕੱਟੀ ਜਾਂਦੀ ਹੈ ਸੁਖਵਿੰਦਰ ਜੀ, ਦੂਜੇ ਪਾਸੇ MLA ਆਪਦੇ ਬਚਾਅ 'ਚ ਇਹ ਕਹਿੰਦੇ ਦਿਖਾਈ ਦਿੱਤੇ ਕਿ ਇਹ ਪੁਲਿਸ ਵਾਲੇ ਆ ਜੀ ਜਿਹੜੇ ਇਹ ਜੀ ਨਸ਼ਿਆਂ ਦੇ ਨਾਲ ਮਿਲੇ ਹੋਏ ਆ, ਇਹ ਜੀ ਆਏ ਕਰਦੇ ਆ ਜੀ, ਉਹ ਕਰਦੇ ਆ, ਮੈਂ ਆਪਦੇ ਹਲਕੇ 'ਚ ਮੈਂ ਬਰਦਾਸ਼ਤ ਨਹੀਂ ਕਰਾਂਗਾ। ਮਾਮਲਾ ਜਿਹੜਾ ਤੁਹਾਡਾ ਕੋਈ ਹੋਰ ਹੈ, ਦੱਸ ਤੁਸੀਂ ਕੁਝ ਹੋਰ ਰਹੇ ਹੋ। ਤੇ ਜੇ ਵਾਕਈ ਆਪਾਂ MLA ਸਾਹਿਬ ਦੀ ਗੱਲ ਮੰਨ ਲਈਏ, ਵਾਕਈ MLA ਸਾਹਿਬ ਜੀ ਇਹ ਗੱਲ ਸੋਚ ਰਹੇ ਆ ਕਿ ਭਾਈ ਇਹ ਪੁਲਿਸ ਅਫਸਰ ਜਿਹੜੇ ਆ ਇਹ ਕਿਉਂ ਨਸ਼ੇ ਦੇ ਸਮਗਲਰਾਂ ਨਾਲ ਮਿਲੇ ਹੋਏ ਆ, ਇਹ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ, ਨਸ਼ੇ ਤੇ ਠੱਲ ਨਹੀਂ ਪੈ ਰਹੀ, ਤਾਂ ਫਿਰ ਇਹੋ ਜਿਹੇ SHO ਨੂੰ ਕਿਉਂ, ਤੁਹਾਡੀ ਸਰਕਾਰ ਬਣੀ ਨੂੰ ਇੰਨਾ ਸਮਾਂ ਹੋ ਗਿਆ, 2 ਮਹੀਨੇ ਹੋਣ ਵਾਲੇ ਆ, ਫਿਰ ਕਿਉਂ ਇਹੋ ਜਿਹੇ ਅਫਸਰ ਨੂੰ ਆਪਣੇ ਨਾਲ ਲਾ ਕੇ ਰੱਖਿਆ? ਕਿ ਤੁਹਾਡੀ ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਤੁਹਾਡੀ ਸਰਕਾਰ ਦੇ ਵਿੱਚ ਚੱਲ ਨਹੀਂ ਰਹੀ, ਕਿ ਅਫਸਰ ਤੁਹਾਡੀ ਸੁਣ ਨਹੀਂ ਰਹੇ? ਜੇ ਇਹੋ ਜਿਹਾ SHO ਮਿਲਿਆ ਹੋਇਆ ਸੀ ਤਾਂ ਫਿਰ ਇਹੋ ਜਿਹੇ SHO ਨੂੰ ਤੁਸੀਂ ਪਹਿਲਾਂ ਬਦਲੀ ਕਿਉਂ ਨਹੀਂ ਕਰਵਾ ਦਿੱਤੀ? ਤੇ ਹੁਣ ਜਦੋਂ ਰੌਲਾ ਪੈ ਗਿਆ ਹੁਣ ਤੁਸੀਂ ਇਹੋ ਜਿਹੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਤੁਸੀਂ ਪਹਿਲਾਂ ਹੀ ਬਦਲਾ ਦਿੰਦੇ ਜੇ ਇਹੋ ਜਿਹੀ ਗੱਲਬਾਤ ਸੀਗੀ, ਜਦ ਕਿ ਮਾਮਲਾ ਕਿਸ ਦਾ ਰਾਜੀਨਾਮਾ ਕਰਵਾਉਣ ਦਾ ਸੀ। ਤੇ ਜਦੋਂ ਹੁਣ ਆਪਦੇ ਉੱਪਰ ਗਾਜ ਡਿੱਗ ਪਈ ਤਾਂ ਹੁਣ ਇਹ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ। ਮੈਨੂੰ ਲੱਗਦਾ MLA ਹੈ ਨਾ ਜਿਹੜਾ, ਇਹ ਨਵਾਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ, ਸਿਮਰਜੀਤ ਸਿੰਘ ਬੈਂਸ ਦੇ ਨਾਲ ਰਿਹਾ ਸੀ, ਇਹਨੂੰ ਸਿਮਰਜੀਤ ਸਿੰਘ ਬੈਂਸ ਦੇ ਵਾਂਗੂ ਨਾਇਕ ਬਣਨ ਦਾ ਬੜਾ ਸ਼ੌਂਕ ਹੈ। ਸਿਮਰਜੀਤ ਸਿੰਘ ਬੈਂਸ ਦੇ ਵਾਂਗੂ ਅਫਸਰਾਂ ਤੇ ਰੋਹਬ ਝਾੜਨ ਦਾ ਬੜਾ ਸ਼ੌਂਕ ਹੈ। ਤੇ ਇਸੇ ਕਰਕੇ ਮੈਨੂੰ ਲੱਗਦਾ ਕਿ ਹਲੇ ਇਹਨਾਂ ਦੇ ਵਿੱਚੋਂ ਸਿਮਰਜੀਤ ਸਿੰਘ ਬੈਂਸ ਵਾਲੀ ਦਬੰਗਾਈ ਜਿਹੜੀ ਆ ਉਹ ਮੈਨੂੰ ਲੱਗਦਾ ਗਈ ਨਹੀਂ। ਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਦਬੰਗਾਈ ਨਿਕਲੀ ਕਿਵੇਂ ਆ। ਤੇ ਜੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਦੇ ਅਨੁਸਾਰ ਚੱਲਣਾ, ਜੇ ਅਗਲੀ ਵਾਰ MLA ਬਣਨਾ ਤਾਂ ਉਹਦੇ ਅਨੁਸਾਰ ਚੱਲਣਾ ਪਊਗਾ। ਤੇ ਜੇ ਸਿਮਰਜੀਤ ਸਿੰਘ ਬੈਂਸ ਵਾਲੀ ਦਬੰਗਾਈ ਦਿਖਾਉਣੀ ਆ, ਮੈਨੂੰ ਲੱਗਦਾ ਭਗਵੰਤ ਮਾਨ ਵੀ ਬਰਦਾਸ਼ਤ ਨਹੀਂ ਕਰਨਗੇ। ਜੀ ਬਿਲਕੁਲ ਸੁਖਵਿੰਦਰ ਜੀ, ਇਹ ਜਿਹੜੇ ਇਲਜ਼ਾਮ ਹੁੰਦੇ ਨੇ ਕਿ ਨਸ਼ਿਆਂ ਦੇ ਸੌਦਾਗਰ ਦੇ ਨਸ਼ੇ ਫਲਾਨ ਹੈ ਢੀਂਗਾ, ਇਹ ਉਹ ਇਲਜ਼ਾਮ ਹੁੰਦੇ ਨੇ ਕਿ ਜਿਹੜੇ ਹਰ ਬੰਦਾ ਹੀ ਇੱਕ ਦੂਜੇ ਤੇ ਲਾ ਦਿੰਦਾ, ਹੋਰ ਦੀ ਕੋਈ ਗੱਲ ਜੀ ਹਾਂਜੀ ਇਹ MLA ਤੁਹਾਡੇ ਕੀ ਜਿਹੜਾ SHO ਆ ਨਸ਼ੇ ਦੇ ਤਸਕਰਾਂ ਨੂੰ ਰੋਕਣ 'ਚ ਸਫਲ ਰਿਹਾ, ਇਹਦੇ ਸੰਬੰਧ ਨੇ। ਬਿਲਕੁਲ ਤੁਸੀਂ ਠੀਕ ਬਿਆਨ ਕੀਤੀ ਆ। ਇਹ ਤੈਨੂੰ ਅੱਜ ਹੀ ਚੇਤਾ ਆਉਣਾ ਸੀ ਕਿ ਜਦੋਂ DDR ਕੱਟੀ ਗਈ ਜਾਂ ਜਦੋਂ SHO ਤੁਹਾਡੇ ਸਾਹਮਣੇ ਖਲੋ ਗਿਆ। ਹੁਣ ਅਸਲ 'ਚ ਸੁਖਵਿੰਦਰ ਜੀ ਗੱਲ ਇਹ ਆ ਕਿ ਜਿਹੜੀ DDR ਕੱਟੀ ਜਾਂਦੀ ਆ, ਇਹਦਾ ਸੌਖਾ ਮਸਲਾ ਨਹੀਂ ਹੁੰਦਾ ਕਿ ਇਹ ਖਤਮ ਹੋ ਜਾਵੇ। ਜੇ ਇਹ ਮਸਲਾ ਖਤਮ ਹੋ ਗਿਆ, ਨਹੀਂ ਤਾਂ ਇਹ ਜਿਹੜੀ DDR ਆ ਇਸ ਸਰਕਾਰ ਤੋਂ ਬਾਅਦ ਜੇ ਮੰਨ ਲਓ ਕੱਲ ਨੂੰ ਕੋਈ ਹੋਰ ਸਰਕਾਰ ਆਉਂਦੀ ਆ ਤਾਂ ਇਸ ਗਿਆਸਪੁਰੇ ਦੀ ਗਲੇ ਦੀ ਹੱਡੀ ਬਣ ਸਕਦੀ ਆ। ਕਿਸੇ ਵਕਤ ਵੀ ਪੁਲਿਸ ਇਸ ਨੂੰ ਚੁੱਕ ਕੇ ਦੁਬਾਰਾ ਉਹਦੇ ਤੇ ਕੇਸ ਜਿਹੜਾ ਉਹ ਰਜਿਸਟਰਡ ਹੋ ਸਕਦਾ। ਸੋ MLA ਸਾਹਿਬ ਨੂੰ ਜਿਹੜੇ ਨਵੇਂ ਬਣੇ ਨੇ, ਜਿਸ ਤਰੀਕੇ ਨਾਲ ਤੁਸੀਂ ਕਹੇ ਕਿ ਜਿਹਦੀ ਸੰਗਤ ਚ ਰਿਹਾ, ਕਿਉਂਕਿ ਉਹ ਸਿਮਰਜੀਤ ਸਿੰਘ ਬੈਂਸ ਉਂਗਲ ਜਿਹੜੀ ਸੀ ਨਾ ਉਹ ਬੜੀ ਇਸ ਤਰ੍ਹਾਂ ਕਰਕੇ ਗੱਲ ਕਰਦਾ ਹੁੰਦਾ ਸੀ, ਤੇ ਸ਼ਾਇਦ ਇਹ ਕਹਿੰਦੇ ਨਾ ਗੁਆਂਢੀ ਦਾ ਰੂਪ ਨਹੀਂ ਹੁੰਦਾ ਮੱਤ ਆ ਜਾਂਦੀ ਆ। ਤੇ ਸ਼ਾਇਦ ਉਹੋ ਜਿਹੀ ਗੱਲ ਲੈ ਕੇ ਹੀ ਇਸ MLA ਨੇ ਆਪਣੀ ਜਿਹੜੀ MLA-ਸ਼ਿਪ ਜਿਹੜੀ ਆ ਉਸਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਆ। ਸਾਰੇ ਪੁਲਿਸ ਅਧਿਕਾਰੀ ਕਰਪਟ ਨਹੀਂ ਹੁੰਦੇ, ਸਾਰੇ ਪੁਲਿਸ ਅਧਿਕਾਰੀ ਭ੍ਰਿਸ਼ਟਾਚਾਰੀ ਨਹੀਂ ਹੁੰਦੇ, ਸਾਰੇ ਬੇਈਮਾਨ ਆਪਾਂ ਮੰਨ ਲੈਂਦੇ ਆ ਕਿ SHO ਸੀ, ਆਪਾਂ ਮੰਨ ਲੈਂਦੇ ਆ SHO ਸੀ, MLA ਦੀ ਗੱਲ ਮੰਨ ਲੈਂਦੇ ਆ। ਫਿਰ ਤੁਸੀਂ ਆਪਣੇ ਏਰੀਆ ਦੇ ਵਿੱਚ ਉਹਨੂੰ ਰਹਿਣ ਕਿਵੇਂ ਦਿੱਤਾ? ਤੁਹਾਡੀ ਸਰਕਾਰ ਜਿਹੜੀ ਹੈ ਉਹ ਆਈ ਸੀ ਇਸੇ ਚੀਜ਼ ਨੂੰ ਲੈ ਕੇ ਕਿ ਕਿਸੇ ਵੀ ਚੀਜ਼ ਦੇ ਇਹੋ ਜਿਹੇ ਅਫਸਰਾਂ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ, ਤਾਂ ਫਿਰ ਤੁਸੀਂ ਇੰਨਾ ਸਮਾਂ ਉਹਨੂੰ ਰਹਿਣ ਕਿਵੇਂ ਦਿੱਤਾ? ਜੇ ਹੁਣ SHO ਨੇ ਰੌਲਾ ਪਾਤਾ ਤਾਂ ਰੌਲਾ ਪੈ ਗਿਆ, ਤਾਂ ਮਤਲਬ ਤੁਸੀਂ ਤਾਂ ਆਪਣੇ ਵੱਲੋਂ ਤਾਂ ਨਹੀਂ ਰੌਲਾ ਪਾਇਆ ਸੀ।
ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਦਾ ਮਤਲਬ ਕਿ ਪੂਰਨ ਤੌਰ ਤੇ ਜਾਂ ਤਾਂ ਫਿਰ ਐਮਐਲਏ ਜਿਹੜੀ ਨਿੱਜੀ ਕਿਹੜ ਕੱਢਦਾ ਪਿਆ ਸਾਫ਼ ਤੌਰ ਤੇ ਜ਼ਾਹਿਰ ਹੁੰਦਾ, ਤੇ ਜੇਕਰ ਅਸੀਂ ਮੰਨ ਲਈਏ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ ਕਿ ਹਾਂ ਭਾਈ ਐਮਐਲਏ ਸਾਹਿਬ ਠੀਕ ਨੇ, ਤਾਂ ਫਿਰ ਇਹਦਾ ਮਤਲਬ ਕਿ ਨਸ਼ੇ ਨੂੰ 2 ਮਹੀਨੇ ਤਾਂ ਫਿਰ ਤੁਹਾਡਾ ਸਮਰਥਨ ਵੀ ਪ੍ਰਾਪਤ ਰਿਹਾ। ਜੇਕਰ ਐਸਐਚਓ ਤੁਹਾਡੀ ਰਾਜ 'ਚ ਤੁਹਾਡੀ ਛਤਰ ਛਾਇਆ ਦੇ ਹੇਠ, ਕਿਉਂਕਿ ਤੁਸੀਂ ਉਸ ਇਲਾਕੇ ਦੇ ਵਿਧਾਇਕ ਜੀ, ਤਾਂ ਤੁਹਾਡੀ ਛਤਰ ਛਾਇਆ ਦੇ ਹੇਠ ਜੇਕਰ ਉਹ ਇਹੋ ਜਿਹਾ ਨਿੱਘ ਇਮਾਨਦਾਰ ਹੈ ਜਾਂ ਨਸ਼ੇ ਦੇ ਤਸਕਰ ਨਿੱਘ ਮੰਨਦੇ ਨੇ, ਤਾਂ ਫਿਰ ਜ਼ਿੰਮੇਵਾਰੀ ਤਾਂ ਤੁਹਾਡੀ ਵੀ ਨਿਰਧਾਰਿਤ ਕੀਤੀ ਜਾ ਸਕਦੀ, ਫਿਰ ਐਕਸ਼ਨ ਜਿਹੜਾ ਤੁਹਾਡੇ ਤੇ ਵੀ ਹੋਣਾ ਚਾਹੀਦਾ। ਸੋ ਇਹੋ ਜਿਹੇ ਜਿਹੜੇ ਇਲਜ਼ਾਮ ਨੇ ਸੁਖਵਿੰਦਰ ਜੀ, ਘੱਟ ਤੋਂ ਘੱਟ ਇਹ ਨਵੀਂ ਜਿਹੜੀ ਪਾਰਟੀ ਆਈ ਆ, ਮੈਨੂੰ ਲੱਗਦਾ ਕਿ ਇਹਨਾਂ ਇਹਦੇ ਐਮਐਲਏਆਂ ਨੂੰ ਭਗਵੰਤ ਸਿੰਘ ਮਾਨ ਹੋਣਾ ਨੇ ਪਹਿਲੇ ਦਿਨ ਹੀ ਕਹਿਤਾ ਸੀਗਾ ਕਿ ਭਾਈ ਤੁਸੀਂ ਥੋੜਾ ਜਿਹਾ ਸਹਿਜੇ ਚੱਲੋ। ਵਿਧਾਨ ਸਭਾ ਦੇ ਸਪੀਕਰ ਨੇ ਵੀ ਇਹ ਗੱਲ ਕਹਿਤੀ ਸੀ, ਥੋੜਾ ਸਹਿਜੇ ਚੱਲੋ। ਉਧਰ ਬ੍ਰਹਮ ਜਿਹੜੇ ਸ਼ੰਕਰ ਜਿੰਪਾ ਨੇ, ਉਹਨਾਂ ਦੇ ਉੱਪਰ ਵੀ ਜਿਹੜੇ ਮੰਤਰੀ ਮੋਗੇ ਦੇ ਕੁਝ ਤਹਿਸੀਲਦਾਰਾਂ ਨੇ ਇਲਜ਼ਾਮ ਲਾਤੇ ਸੀਗੇ। ਮੈਨੂੰ ਲੱਗਦਾ ਕਿ ਥੋੜਾ ਠਰਮੇ ਨਾਲ ਚੱਲਣ ਦੀ ਲੋੜ ਹੈ। ਕਾਰਵਾਈ ਕਰਨੀ ਚਾਹੀਦੀ ਹੈ, ਕਾਰਵਾਈ ਉਸੇ ਤਰੀਕੇ ਦੀ ਕਰੋ ਜਿਹੜੀ ਹੋਣੀ ਚਾਹੀਦੀ ਹੈ ਕਾਨੂੰਨੀ। ਜੇ ਤੁਸੀਂ ਅਫਸਰਾਂ ਨੂੰ ਕਹਿੰਦੇ ਆ ਕਿ ਕਾਨੂੰਨੀ ਤੌਰ ਤੇ ਕਾਰਵਾਈ ਕਰੋ, ਤੁਸੀਂ ਵੀ ਕਾਨੂੰਨੀ ਤੌਰ ਤੇ ਹੀ ਅਫਸਰਾਂ ਦੇ ਉੱਪਰ ਐਕਸ਼ਨ ਲਾਓ। ਤੁਸੀਂ ਵੀ ਆਪਣੀ ਫੋਕੀ ਲੀਡਰੀ ਝਾੜਨ ਦੇ ਲਈ, ਤੁਸੀਂ ਵੀ ਆਪਣੀ ਫੋਕੇ ਜਿਹੜੇ ਆਪਣੇ ਆਪ ਨੂੰ ਨਾਇਕ ਕਹਾਉਣ ਦੇ ਲਈ ਇਹੋ ਜਿਹੀ ਜਿਹੜੀਆਂ ਗੱਲਾਂ ਤੁਸੀਂ ਨਾ ਕਰੋ। ਤੁਸੀਂ ਵੀ ਕਾਨੂੰਨੀ ਤੌਰ ਤੇ ਅਫਸਰ ਜਿਹੜੇ ਕਰਦੇ ਹੋ ਟੰਗ ਦਿਓ, ਤੁਸੀਂ ਵੀ ਕਾਂ ਮਾਰ ਕੇ ਟੰਗ ਦਿਓ। ਪਰ ਜੇ ਤੁਸੀਂ ਨਾਇਕ ਬਣਨਾ, ਜੇ ਤੁਸੀਂ ਆਪਣੀ ਲੀਡਰੀ ਝਾੜਨੀ ਹੋ, ਮੈਨੂੰ ਲੱਗਦਾ ਕਿ ਭਗਵੰਤ ਸਿੰਘ ਮਾਨ ਹੋਣਾ ਨੇ, ਕੇਜਰੀਵਾਲ ਹੋਣਾ ਨੇ ਪਹਿਲੇ ਦਿਨ ਹੀ ਨਸੀਹਤ ਦੇ ਦਿੱਤੀ ਸੀ, ਜੇ ਜ਼ਿਆਦਾ ਨਹੀਂ ਟਿਕੋਗੇ ਤਾਂ ਕਾਂ ਮਾਰ ਕੇ ਟੰਗਾਂਗੇ। ਤਾਂ ਜੋ ਮੈਨੂੰ ਲੱਗਦਾ ਕਿ ਕਾਂ ਮਾਰ ਕੇ ਭਗਵੰਤ ਸਿੰਘ ਮਾਨ ਹੋਣਾ ਨੂੰ ਟੰਗਣੇ ਪੈਣੇ ਆ, ਫੇਰ ਹੀ ਦੂਜੇ ਵਿਧਾਇਕਾਂ ਤੇ ਮੰਤਰੀਆਂ ਨੂੰ ਜਿਹੜੀ ਅਕਲ ਆਉਣੀ ਆ, ਨਹੀਂ ਤਾਂ ਫਿਰ ਮੈਨੂੰ ਲੱਗਦਾ ਇਹ ਕੰਮ ਆਈ ਚੱਲਦੇ ਰਹਿਣੇ। ਜੀ ਬਿਲਕੁਲ ਬਿਲकुल। ਇਹ ਤਾਂ ਜ਼ਰੂਰੀ ਹੈ ਨਾ ਕਿ ਜੇਕਰ ਪਾਰਟੀ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਤੇ ਲੋਕਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਆਈ ਸੀ, ਤਾਂ ਘੱਟ ਤੋਂ ਘੱਟ ਪਹਿਲੇ ਦਿਨ ਹੀ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਆਪਣੀ ਲੀਡਰਾਂ ਦੀ ਮੀਟਿੰਗ ਕਰਕੇ ਵਿਧਾਇਕਾਂ ਨੂੰ ਇੰਨੀ ਗੱਲ ਕਹੀ ਸੀ ਕਿ ਕੋਈ ਵੀ ਇਦਾਂ ਦੀ ਸ਼ਿਕਾਇਤ ਮੇਰੇ ਕੰਨਾਂ ਤੱਕ ਨਾ ਆਵੇ। ਔਰ ਈਵਨ ਕਿ ਅਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਸੀ ਕਿ ਆਪਾਂ ਫਿਰ ਉਹਦੇ ਖਿਲਾਫ ਐਕਸ਼ਨ ਲਾਂਗੇ, ਰਿਵਿਊ ਜਿਹੜਾ ਹੁੰਦਾ ਰਹੇਗਾ। ਤਾਂ ਫਿਰ ਇਹ ਹੁਣ ਜਿਹੜਾ ਰਿਵਿਊ ਹੋਇਆ, ਇਹ ਵੇਖਣਾ ਪਏਗਾ ਕਿ ਇਹਦੇ ਸੰਬੰਧੀ ਆਮ ਆਦਮੀ ਪਾਰਟੀ ਦਾ ਪੱਖ ਕੀ ਹੈ, ਜਾਂ ਉਹ ਕਿਹੋ ਜਿਹਾ ਡਿਸੀਜਨ ਜਿਹੜਾ ਲੈਂਦੀ ਆ। ਚਲੋ ਇਹ ਤਾਂ ਗੱਲ ਹੋ ਗਈ, ਜਾਂ ਆਉਂਦੇ ਭਵਿੱਖ ਦੇ ਵਿੱਚ ਆਪਣੇ ਐਮਐਲਏਜ਼ ਨੂੰ, ਆਪਣੇ ਵਿਧਾਇਕਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਉਹ ਸੈੱਟ ਕਰਦਾ, ਜਾਂ ਕਿਸ ਤਰੀਕੇ ਨਾਲ ਦਿਸ਼ਾ ਨਿਰਦੇਸ਼ ਦੇ ਕੇ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਸੱਤਾ 'ਚ ਆਈ ਆ, ਕਿੱਥੋਂ ਤੱਕ ਆਪਣੇ ਇਹਨਾਂ ਮਕਸਦਾਂ ਦੇ ਵਿੱਚ ਕਾਮਯਾਬ ਹੁੰਦੀ ਆ, ਇਹ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਕੀ ਸੁਖਵਿੰਦਰ ਜੀ? ਅੰਕਿਤ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਵੀ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।